ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ There's a short story I'd like to share before starting. There was a young man who was about to go to university. ਨੌਜਵਾਨ ਸੀ ਯੂਨੀਵਰਸਿਟੀ ਜਾਣ ਲੱਗਾ ਸੀ and his father said to him that I'd like to give you a ਗੁਟਕਾ ਸਾਹਿਬ ਪਿਓ ਕਹਿੰਦਾ ਫਿਰ ਮੈਂ ਗੁਟਕਾ ਸਾਹਿਬ ਤੈਨੂੰ ਪੁੱਤ ਦੇਣਾ ਚਾਹੁੰਦਾ ਆ ਹੁਣ ਜਿਹੜਾ ਨੌਜਵਾਨ ਸੀ ਉਹ ਬਾਣੀ ਪੜ੍ਹਦਾ ਨਹੀਂ ਸੀ the youngster, he wasn't a reader of ਗੁਰਬਾਣੀ ਉਹਦੇ ਪਿਓ ਨੂੰ ਵੀ ਪਤਾ ਸੀ ਬਾਣੀ ਪੜ੍ਹਦਾ ਨਹੀਂ his father knew as well that he didn't read ਗੁਰਬਾਣੀ but still his father gave him a ਗੁਟਕਾ ਸਾਹਿਬ and the father gave him some instructions ਪਿਤਾ ਜੀ ਨੇ ਨਾ ਗੁਟਕਾ ਸਾਹਿਬ ਦੇ ਕੇ ਕੀ ਆਖਿਆ ਪੇ ਹੇ ਪੁੱਤਰ ਜੀ ਉਹ son his father said to this son ਉਹ ਕਹਿੰਦੇ ਪਏ ਇਹ ਮੈਨੂੰ ਪਤਾ ਤੂੰ ਇਹ ਪੜ੍ਹਨਾ ਨਹੀਂ ਪੜ੍ਹੀ ਨਾ ਹੈ don't read this ਗੁਟਕਾ ਸਾਹਿਬ so the child said to his father if you know I'm not going to read this ਗੁਟਕਾ ਸਾਹਿਬ said then why we give me this ਗੁਟਕਾ ਸਾਹਿਬ ਜਦੋਂ ਪਿਤਾ ਜੀ ਆਪ ਜੀ ਨੂੰ ਪਤਾ ਫਿਰ ਮੈਂ ਪੜ੍ਹਨਾ ਹੀ ਨਹੀਂ ਇਹ ਗੁਟਕਾ ਸਾਹਿਬ ਤੇ ਦਿੱਤਾ ਕਿਉਂ ਵੀ ਤੁਸੀਂ ਤਾਂ ਪਿਤਾ ਜੀ ਕਹਿੰਦੇ ਫਿਰ ਪੁੱਤ ਜਦੋਂ ਨਹੀਂ ਇੱਦਾਂ ਦੀ ਕੋਈ ਘੜੀ ਆਵੇ ਇਸ ਜ਼ਿੰਦਗੀ ਵਿੱਚ ਇੱਦਾਂ ਕੋਈ ਸਮਾਂ ਆਵੇ ਜ਼ਿੰਦਗੀ ਵਿੱਚ when such a time comes in your life ਕਿਹੜਾ ਵਿੱਚ ਜਦੋਂ ਤੇਰਾ ਮਨ ਪਰੇਸ਼ਾਨ ਹੋਵੇ ਜਦੋਂ ਤੇਰਾ ਮਨ ਦੁਖੀ ਹੋਵੇ ਜਦੋਂ ਤੇਰਾ ਮਨ ਸਟ੍ਰੈਸ ਹੋਵੇ any time when you're feeling down any time you're feeling low any time you're feeling stressed then read this ਗੁਟਕਾ ਸਾਹਿਬ ਜਦੋਂ ਐਸਾ ਕੋਈ ਘੜੀ ਆ ਜਾਵੇ ਸਮਾਂ ਆ ਜਾਵੇ ਜਿੱਥੇ ਬਿਲਕੁਲ ਮਨ ਜਿਹੜਾ ਉਦਾਸ ਮਹਿਸੂਸ ਕਰ ਰਿਹਾ ਦੁਖੀ ਮਹਿਸੂਸ ਕਰ ਰਿਹਾ ਤਾਂ ਗੁਟਕਾ ਸਾਹਿਬ ਜ਼ਰੂਰ ਪੜ੍ਹੀ ਉੱਦਾਂ ਨਾ ਪੜ੍ਹੀ you don't read it in normal circumstances if that's pretty easy ਸੋਚੇ ਤਾਂ ਸੌਖਾ ਆ ਉਹਨੇ ਕੀ ਕੀਤਾ ਫਿਰ ਗੁਟਕਾ ਸਾਹਿਬ ਲੈ ਗਿਆ ਹੀ took the ਗੁਟਕਾ ਸਾਹਿਬ and he took it with him to university ਤਾਂ ਜਦੋਂ ਯੂਨੀਵਰਸਿਟੀ ਲੈ ਕੇ ਗਿਆ ਤਾਂ ਉੱਥੇ ਉਸ ਬੰਦੇ ਨੇ ਗੁਟਕਾ ਸਾਹਿਬ ਆਪਣੀ ਬੁੱਕ ਸ਼ੈਲਫ 'ਤੇ ਰੱਖ ਦਿੱਤਾ ਜਿੱਦਾਂ ਆਮ ਬੁੱਕ ਹੁੰਦੀ ਆ he put the ਗੁਟਕਾ ਸਾਹਿਬ on the bookshelf like a normal book because he didn't have that respect he didn't have that value for ਗੁਰਬਾਣੀ ਦੀ ਕਦਰ ਨਹੀਂ ਸੀ ਹਜੇ ਇਹ ਬੰਦਾ ਇੰਟਰਵਿਊ ਦੇ ਰਿਹਾ ਬੰਦਾ ਬੋਲ ਰਿਹਾ ਤਾਂ ਕਹਿ ਰਿਹਾ ਫਿਰ this personal story I'm sharing ਉਹ ਕਹਿੰਦਾ ਜਪਜੀ ਪੜ੍ਹਨ ਵਾਲਾ ਕਦੀ ਦੁਖੀ ਨਹੀਂ ਹੋ ਸਕਦਾ one who reads ਜਪਜੀ ਸਾਹਿਬ will never suffer and this is the story ਸੁਣੀ ਜਾਓ ਧਿਆਨ ਨਾਲ people continue to listen to the story so he puts the ਗੁਟਕਾ ਸਾਹਿਬ on the bookshelf ਤੇ ਰੱਖਦਾ ਪੜ੍ਹਦਾ ਨਹੀਂ he doesn't read it ਪੈਸਾ ਸਮਾਂ ਆ ਗਿਆ he was at university and he's feeling very stressed he was feeling very low and he was feeling tension in his life ਜਦੋਂ ਔਖੀ ਘੜੀ ਆਈ ਜ਼ਿੰਦਗੀ ਦੇ ਵਿੱਚ ਤਾਂ ਹੁਣ ਆਪਣੇ ਪਿਤਾ ਜੀ ਦੇ ਬੋਲ ਚੇਤੇ ਆ ਗਏ ਯੂ ਰਿਮੈਂਬਰ ਹਿਸ ਫਾਦਰ ਸੈਡ ਔਖੇ ਸਮੇਂ ਦੇ ਵਿੱਚ ਗੁਟਕਾ ਸਾਹਿਬ ਪੁੱਤ ਜ਼ਰੂਰ ਪੜ੍ਹੀ ਉੱਦਾਂ ਨਾ ਪੜ੍ਹੀ ਡੋਂਟ ਰੀਡ ਦ ਗੁਟਕਾ ਸਾਹਿਬ when a difficult time comes in your life read this ਗੁਟਕਾ ਸਾਹਿਬ ਕਹਿੰਦਾ ਮੈਂ ਬੈੱਡ 'ਤੇ ਲੰਮਾ ਪਿਆ ਸੀ was lying on the bed so imagine he's lying down like this and his bookshelf is nearby ਅਤੇ ਕਹਿੰਦਾ ਮੈਂ ਲੰਮਾ ਪਿਆ ਮੈਂ ਆਪਣਾ ਬਾਂਹ ਦਾ ਕੀਤੀ ਜਿੱਦਾਂ ਆਮ ਬੁੱਕ ਹੁੰਦੀ ਹੈ like he's lying down and like you'd get a normal book he goes and grabs the ਗੁਟਕਾ ਸਾਹਿਬ ਨਿਤਨੇਮ ਦਾ ਸੀ and he grabs and he starts to read whilst lying down ਲੰਮੇ ਪੈਂਦੇ ਲੰਮੇ ਪਿਆ ਉਹ ਗੁਟਕਾ ਸਾਹਿਬ ਖੋਲ੍ਹ ਕੇ ਪੜ੍ਹ ਜਿੱਦਾਂ ਆਮ ਕਿਤਾਬ ਹੁੰਦੀ like normal book ਕਹਿੰਦਾ ਜਦੋਂ ਨਹੀਂ ਮੈਂ ਗੁਟਕਾ ਸਾਹਿਬ ਖੋਲ੍ਹਿਆ ਤਾਂ ਗੁਟਕਾ ਸਾਹਿਬ ਖੋਲ੍ਹਦਿਆਂ when he opened the page ਤਾਂ ਉੱਤੇ ਪੰਕਤੀ ਆਈ so when he's reading he enjoyed what he was reading ਉਹਨੂੰ ਚੰਗਾ ਲੱਗਾ ਜੋ ਕੋ ਪੜ੍ਹ ਰਿਹਾ ਸੀ
ਜਦੋਂ ਨਹੀਂ ਕੋਈ ਬੰਦਾ ਕੋਈ ਬੁੱਕ ਆਮ ਬੁੱਕ ਪੜ੍ਹਦਾ ਜਿੱਤੇ ਉਹਨੂੰ ਚੰਗਾ ਲੱਗਦਾ ਹੋਵੇ, ਵਿੱਚ ਕੋਈ ਪੇਜ ਚੰਗਾ ਹੋਵੇ, ਬੰਦਾ ਕਹਿੰਦਾ ਯਾਰ ਮੈਂ ਸਾਰੀ ਬੁੱਕ ਪੜ੍ਹ ਲਵਾਂ। when you're reading a worldly book, if you're reading halfway through and you suddenly open it, oh that's interesting, let's start from the beginning, ਇਸ ਤਰ੍ਹਾਂ ਉਹ ਕਹਿੰਦਾ ਚਲੋ ਮੈਂ ਇਹ ਵਧੀਆ ਆ ਤਾਂ ਕਿਉਂ ਨਾ ਮੈਂ ਇਹ ਸ਼ੁਰੂ ਤੋਂ ਮੈਂ ਸ਼ੁਰੂ ਕਰ ਲਵਾਂ, let me read from the beginning। ਸੋ ਜਿਹੜਾ ਨੌਜਵਾਨ ਸੀ ਸ੍ਰੀ ਜਪਜੀ ਸਾਹਿਬ ਤੋਂ ਪਾਠ ਸ਼ੁਰੂ ਕੀਤਾ, ਇੱਕ ਓਂਕਾਰ ਤੋਂ ਪਾਠ ਤੋਂ ਸ਼ੁਰੂ ਕੀਤੀ, started the reading from the beginning। ਉਸ ਦਿਨ ਤੋਂ ਕਹਿੰਦਾ ਮੈਂ ਐਵਰੀ ਡੇ ਜਪਜੀ ਸਾਹਿਬ ਪਾਠ ਪੜ੍ਹਨ ਲੱਗ ਪਿਆ। ਜਪਜੀ ਸਾਹਿਬ changed my life। ਹੁਣ what changed his life? ਉਹ ਕਹਿੰਦਾ ਜਪਜੀ ਪੜ੍ਹਨ ਵਾਲਾ ਦੁਖੀ ਨਹੀਂ ਹੋ ਸਕਦਾ। one who reads ਜਪਜੀ ਸਾਹਿਬ will never suffer। ਹੁਣ we have got coronavirus, it's a pandemic, people are locked down ਆ, ਲੋਕ ਆਪਣਾ ਘਰਾਂ ਵਿੱਚ ਕਿਸਮ ਦੇ ਕੈਦ ਹੋਏ ਆ, people are in a way they're imprisoned in their own homes। We don't know when will be the next time we go to the Gurdwara Sahib, when will be the next Kirtan Samagam, when will be the next time we are able to go and listen to the Gurdwara Sahib and listen to Katha, when will be the next time when we can meet Sangat, you know? When will be the next time we are able to attend a camp? Everybody wishes to go back to some form of normality of what they were used to. People are tension, not knowing what to expect in the future because there's lots of uncertainty। ਪਤਾ ਨਹੀਂ ਲੱਗ ਰਿਹਾ ਫਿਰ ਭਵਿੱਖ ਦੇ ਵਿੱਚ ਕੀ ਹੋਣਾ ਆ, ਤਾਂ ਨਾ ਹੋਣ ਕਾਰਨ, ਨਾ ਪਤਾ ਹੋਣ ਕਾਰਨ ਮਨ ਦੇ ਵਿੱਚ ਚਿੰਤਾ ਆ ਜਾਂਦੀ ਆ, ਪਤਾ ਨਹੀਂ ਕੀ ਹੋ ਜਾਣਾ ਆ। ਸੋ ਆਓ ਜੀ ਸੰਗਤ ਜੀ ਵਿਚਾਰ ਕਰੀਏ ਉਸ ਨੌਜਵਾਨ ਨੂੰ ਕੀ ਮਿਲਿਆ ਸ੍ਰੀ ਜਪਜੀ ਸਾਹਿਬ ਪਾਠ ਵਿੱਚ। what did the youngster get from ਸ੍ਰੀ ਜਪਜੀ ਸਾਹਿਬ ਪਾਠ? ਕਹਿੰਦਾ ਜਪਜੀ ਪੜ੍ਹਨ ਵਾਲਾ ਦੁਖੀ ਨਹੀਂ ਹੋ ਸਕਦਾ। one who reads ਜਪਜੀ ਸਾਹਿਬ ਦਾ ਪਾਠ will not suffer, he will not feel down, he will not feel depressed। why? ਸ੍ਰੀ ਜਪਜੀ ਸਾਹਿਬ ਦੇ ਪਾਠ ਵਿੱਚ he said 4 ਵਾਰੀ ਪੰਕਤੀ ਆਉਂਦੀ ਆ, four times these 2 particular lines come। ਉਹ ਕਿਹੜੀਆਂ ਲਾਈਆਂ? ਜੋ ਤਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਾਰੇ ਇਕੱਠੇ ਬੋਲੀਏ, ਲੈਟਸ ਆਲ ਰੀਡ ਟੁਗੇਦਰ। ਜੋ ਤਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੁਸਕਰਾ ਕੇ ਵਿਦ ਅ ਸਮਾਈਲ। ਜੋ ਤਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ, ਜੋ ਤੁਧ, ਜੋ whatever, ਤੁਧ ਤੈਨੂੰ, ਤੁਹਾਨੂੰ, to you, ਹੋ ਵਾਹਿਗੁਰੂ ਜੀ ਹੈ ਰੱਬ ਜੀ, ਜੋ ਤੁਹਾਨੂੰ, ਹੋ ਵਾਹਿਗੁਰੂ ਜੀ, whatever you, ਭਾਵੈ ਤੁਹਾਨੂੰ ਚੰਗਾ ਲੱਗਦਾ, what's pleasing to you, ਭਾਵੈ ਸਾਈ ਭਲੀਕਾਰ। ਵਾਹਿਗੁਰੂ ਜੀ ਜੋ ਤਦ ਭਾਵੈ, ਜੋ ਤੈਨੂੰ ਚੰਗਾ ਲੱਗਦਾ ਆ, ਜੋ ਤਦ ਭਾਵੈ ਸਾਈ ਭਲੀਕਾਰ, ਉਹੀ ਭਲਾ ਆ, that's good। what is ever is pleasing to you, that is good। ਰੱਬ ਜੀ ਜੋ ਤੈਨੂੰ ਚੰਗਾ ਲੱਗਦਾ ਉਹੀ ਚੰਗਾ ਆ, ਉਹੀ ਚੰਗਾ ਆ। ਜੋ ਤੈਨੂੰ ਸੋਹਣਾ ਲੱਗਦਾ ਉਹੀ ਚੰਗਾ। whatever you find is good, you think is beautiful, then I trust you। ਕਿੰਨੀ ਕੁ ਵੱਡੀ ਵਿਸ਼ਵਾਸ ਦੀ ਗੱਲ ਆ। ਇਸ faith, ਇਸ trust, ਹੇ ਰੱਬ ਜੀ ਮੈਂ ਤਾਂ ਮੇਰੇ ਸਮਝ ਤੋਂ ਬਾਹਰ ਹੋ ਸਕਦਾ, ਪਰ ਮੈਂ ਤੇਰੇ 'ਚ ਭਰੋਸਾ ਰੱਖਦਾ। It might be outside of my understanding, but I have faith and trust in you। We don't need the answers to everything in life। ਸਾਨੂੰ ਹਰੇਕ ਚੀਜ਼ ਦਾ, ਹਰੇਕ ਸਵਾਲ ਦਾ ਜਵਾਬ ਦੀ ਲੋੜ ਨਹੀਂ ਹੈ। ਕਈ ਵਾਰੀ ਬਹੁਤ ਸਾਡੇ ਸਵਾਲ ਹੁੰਦੇ ਇਸ ਪੈਂਡੈਮਿਕ ਦੇ ਵਿੱਚ, ਇਸ ਜੋ ਮਹਾਮਾਰੀ ਦੇ ਵਿੱਚ, in this pandemic many people also may be having lots of questions in their mind। what's going to happen, what this but it's not necessary that we need to have answers to everything। ਪਹਿਲੀ ਗੱਲ ਤਾਂ ਟੈਨਸ਼ਨ ਤਾਂ ਉਦੋਂ ਹੀ ਘੱਟ ਜਾਂਦੀ ਥੋੜ੍ਹੀ ਜਿਹੀ। when we realize that we don't need to know everything,
We don't need to have the answers to everything. Stress level will go down. It's fine. It's perfectly acceptable and fine not to know. It's perfectly acceptable and fine that we don't have answers. And there's nothing wrong with that. ਜੇ ਸਾਡੇ ਕੋਲ ਕਿਸੇ ਚੀਜ਼ ਦਾ ਜਵਾਬ ਨਹੀਂ, ਸਮਝ ਨਹੀਂ, ਬਿਲਕੁਲ ਠੀਕ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਤੂੰ ਸਮਰੱਥ ਵੱਡਾ ਹੈ ਰੱਬ ਜੀ, ਤੂੰ ਤਾਂ ਬਹੁਤ ਵੱਡਾ ਆ, ਤੂੰ ਸਮਰੱਥ ਆ। ਯੂ ਆਰ ਵੈਰੀ ਬਿਗ, ਯੂ ਆਰ ਪਾਵਰਫੁਲ, ਯੂ ਆਰ ਗ੍ਰੇਟ ਵਾਹਿਗੁਰੂ ਜੀ। ਮੇਰੀ ਮਤ, ਮਾਈ ਅੰਡਰਸਟੈਂਡਿੰਗ ਥੋੜੀ ਰਾਮ ਇਜ਼ ਸਮੋਲ, ਥੋੜੀ ਸਮੋਲ ਅੰਡਰਸਟੈਂਡਿੰਗ ਆਈ ਹੈਵ। ਕੋਈ ਗੱਲ ਨਹੀਂ। ਜੋ ਤਦ ਪਾਵੇ, ਲੈਟਸ ਗੋ ਬੈਕ ਟੂ ਜਪਜੀ ਸਾਹਿਬ। ਜੋ ਤਦ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਰੱਬ ਜੀ ਜੋ ਤੈਨੂੰ ਚੰਗਾ ਲੱਗਦਾ ਉਹੀ ਚੰਗਾ ਆ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ ਜੀ, ਉਹ ਵਾਹਿਗੁਰੂ ਜੀ, ਤੂੰ ਹੀ ਸਦਾ ਰਹਿਣ ਵਾਲਾ ਆ। You are the only permanent thing in this life. ਇਸ ਸੰਸਾਰ ਵਿੱਚ ਸਦਾ ਰਹਿਣ ਵਾਲੇ ਰੱਬ ਜੀ ਤੂੰ ਹੀ ਆ। ਤਾਂ ਮੈਂ ਟੈਨਸ਼ਨ ਉਹ ਚੀਜ਼ਾਂ ਦੇ ਲੈ ਰਿਹਾ ਜਿਹੜੇ ਚੀਜ਼ਾਂ ਦੇ ਸਦਾ ਰਹਿਣਾ ਨਹੀਂ। I'm taking tension of those things that are not going to stay forever. It's like someone's on holiday and someone's taking tension of the wallpaper in the hotel, which is staying over for their holiday. ਕੋਈ ਬੰਦਾ ਹੌਲੀਡੇ 'ਤੇ ਗਿਆ, ਹੋਟਲ 'ਚ ਰਹਿ ਰਿਹਾ, ਤਾਂ ਉਹੀ ਬਸ ਟੈਨਸ਼ਨ ਕਰ ਰਿਹਾ ਫਿਰ ਹੋਟਲ ਵਾਲਿਆਂ ਦੇ ਕਮਰੇ ਦਾ ਰੂਮ ਦਾ ਰੰਗ ਕੀ ਆ, ਇਹ ਰੰਗ ਬਦਲਣਾ ਚਾਹੀਦਾ, ਇਹਨੂੰ ਕਾਰਪਟ ਬਦਲਣੀ ਚਾਹੀਦੀ। ਉਹ ਬੰਦਾ ਕਹਿੰਦਾ ਯਾਰ ਤੂੰ 4 ਦਿਨ ਇੱਥੇ ਰਹਿਣਾ ਆ, ਤੇ 2 ਦਿਨ ਰਾਤਾਂ ਰਹਿਣੀਆਂ, ਤੂੰ ਵਾਧੂ ਟੈਨਸ਼ਨ ਲਈ ਜਾਂਦਾ ਆ। ਵਾਈ ਯੂ ਸਟ੍ਰੈਸਿੰਗ ਯੋਰਸੈਲਫ ਆਊਟ? ਤੂੰ ਉਹਦਾ ਖਿਆਲ ਕਰ, ਤੂੰ ਉਸ ਚੀਜ਼ ਦੀ ਚਿੰਤਾ ਕਰ। ਥਿੰਕ ਅਬਾਊਟ, ਬੀ ਵਰੀਡ ਅਬਾਊਟ, ਥਿੰਕ ਅਬਾਊਟ ਜਿੱਥੇ ਤੂੰ ਸਦਾ ਰਹਿਣਾ ਆ। You're going to be staying forever. ਇੱਦਾਂ ਸਾਨੂੰ ਵੀ ਆ, ਸਾਡੇ ਵਿੱਚ ਮਨ ਵਿੱਚ ਚਿੰਤਾ, ਡਿਪਰੈਸ਼ਨ ਨਹੀਂ, ਪਰ ਸਾਡੇ ਮਨ 'ਚ ਖਿਆਲ ਆਵੇ, not depressed, but maybe be considerate of where our permanent home is. ਸੱਚਖੰਡ, ਉਹਦੀ ਤਿਆਰੀ ਹੋਵੇ। ਫਿਰ ਅਸੀਂ ਆਪਣੇ ਬਾਣੀ ਸਿਮਰਨ, we try to build our spiritual bank balance that in preparation for our permanent home. और इसको बैक टू जपजी साहब। जो तद पावै साई पलिकार, तू सदा सलामत निरंकार। On we say this once, twice, 3 times, 4 times. ਇਹ 4 ਵਾਰੀ ਆਖਿਆ ਜਾਂਦਾ ਸ੍ਰੀ ਜਪਜੀ ਦੇ ਪਾਠ ਵਿੱਚ। ਤਾਂ ਜਿਹੜਾ ਇਨਸਾਨ ਜਪਜੀ ਪੜ੍ਹਨ ਵਾਲਾ ਇਹ ਪੜ੍ਹੂਗਾ ਤਾਂ ਮੰਨੂਗਾ। One who recites and livingly accepts this, ਤਾਂ ਉਹ ਵੀਰ ਜੀ ਕਹਿੰਦੇ ਫਿਰ ਉਹ ਬੰਦਾ ਦੁਖੀ ਨਹੀਂ ਹੋ ਸਕਦਾ। ਵੀਰ ਜੀ is a personal experience. He said that how can such a person feel low and depressed? If you go to those particular ਪੌੜੀਆਂ meaning verses, ਇੱਕ ਪੌੜੀ ਆਉਂਦੀ ਆ ਜਿਹੜੇ ਉਹਦੇ 'ਚ ਫੀਮ ਹੈਗਾ ਆ, ਇਹ ਦੂਜੀ ਤੋਂ ਸ਼ੁਰੂ ਕਰਦੇ ਆ। So the second time when this line comes, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ। ਠੀਕ ਹੈ ਜੀ। ਸੋ ਇੱਦਾਂ ਸ਼ੁਰੂ ਹੁੰਦੀ ਹੈ ਉਹ ਪੌੜੀ। It starts there. In short, summary ਦੇ ਵਿੱਚ ਕਰ ਲਈਏ, in short, the whole ਪੌੜੀ is all about positive things. ਵਧੀਆ ਚੀਜ਼ਾਂ ਬਾਰੇ ਗੱਲ ਕਰੇ। ਹੈ ਰੱਬ ਜੀ ਅਸੰਖ, ਸੰਖਿਆ ਦੇ ਵਿੱਚ ਨਹੀਂ ਆਉਣ ਵਾਲੇ। ਸੰਖਿਆ means counting, ਗਿਣਤੀ ਵਿੱਚ ਨਹੀਂ ਆ ਸਕਦੇ। ਰੱਬ ਜੀ ਇੰਨੇ ਬੰਦੇ ਜਪ ਕਰ ਰਹੇ, ਇੰਨੇ ਬੰਦੇ ਤਪ ਕਰ ਰਹੇ, it's numberless. I can't put a number on how many people, ਵਾਹਿਗੁਰੂ ਜੀ, are worshipping, how many people are meditating, how many people are reading scriptures, how many people are praising you. ਇਸ ਤਰ੍ਹਾਂ ਉਹ theme ਆ ਉਸ ਪੌੜੀ ਦਾ। That's the theme of that particular verse. ਐਂਡ ਦੇ ਵਿੱਚ ਆਉਂਦਾ, ਪੁੱਤਰ ਜੀ ਠੀਕ ਆ, ਤੂੰ ਆਲੇ ਵਾਲੇ ਦੇਖ ਤਾਂ ਬੜੀ ਚੰਗੀਆਂ ਐਗਜ਼ਾਮਪਲਾਂ ਤੈਨੂੰ ਮਿਲ ਰਹੀਆਂ। You're looking around and seeing very positive examples in life. Really people who are trying to connect with the spirituality with you, Maharaj. ਪਰ ਪੁੱਤਰ ਜੀ ਬਸ ਇੰਨਾ ਕੁ ਯਾਦ ਰੱਖੀ, ਜੋਤ ਦਪਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਠੀਕ ਆ, accept, just accept and move on. ਫਿਰ ਅੱਗੇ ਆਉਂਦਾ ਸੰਖ
ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ, ਇਸ ਤਰ੍ਹਾਂ ਪੌੜੀ ਸ਼ੁਰੂ ਹੁੰਦੀ ਆ। ਅਸੰਖ ਮੂਰਖ, ਗਿਣਤੀ ਤੋਂ ਪਰਾਂ ਕਿੰਨੇ ਮੂਰਖ ਬੰਦੇ ਆ। There are numberless, countless fools in this world. ਅੰਧਕੋਰ, those who are spiritually blind, ਜਿਹੜੇ ਅਕਲ ਦੇ ਅੰਨੇ ਆ, ਜਿਹੜੇ ਆਤਮਿਕ ਤੌਰ 'ਤੇ ਅੰਨੇ, ਉਹ ਵੀ ਗਿਣਤੀ ਤੋਂ ਪਰਾਂ ਆ। ਕਿੰਨੇ ਬੰਦੇ ਆ। ਇਹ ਨੈਗੇਟਿਵ ਐਗਜ਼ਾਮਪਲ ਆਇਆ। ਸੰਖ ਪਾਪੂ ਪਾਪ ਕਰ ਜਾਏ, ਕਿੰਨੇ ਲੋਕ ਪਾਪ ਕਮਾ ਰਹੇ ਆ। thousands, countless people are committing sins. ਕਹਿ ਸਕਦੇ ਆ we are witnessing the negativities of life. ਜ਼ਿੰਦਗੀ ਵਿੱਚ, ਜੀਵਨ ਸਫ਼ਰ ਵਿੱਚ ਜੋ ਵਧੀਆ ਚੀਜ਼ਾਂ ਨਹੀਂ ਆ, ਜੋ ਅਸੀਂ ਆਲੇ ਦੁਆਲੇ ਦੇਖਦੇ ਆ, ਜਿੱਥੇ ਆ ਕੇ ਵੈਸੇ ਚੰਗੇ ਐਗਜ਼ਾਮਪਲ ਨਹੀਂ, ਉਹਨਾਂ ਨੂੰ ਵੇਖ ਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਬੜੇ ਪਿਆਰ ਨਾਲ ਆਖਦੇ, ਪੁੱਤਰ ਜੀ ਤੂੰ ਆਪਣਾ ਕੰਮ ਕਰ, ਤੂੰ ਆਪ ਪੋਜ਼ੀਟਿਵ ਰਹਿ, ਆਪ ਤੁਰੀ ਜਾ, ਤੂੰ ਸਦਾ ਸਲਾਮਤ ਨਾ ਕਰ। ਚੇਤਾ ਕਰੀ ਚੰਗੇ, ਬਸ਼ਾ ਕੋਈ ਚੰਗਾ ਹੋਵੇ ਜਾਂ ਮਾੜਾ ਹੋਵੇ, whether somebody is good or bad example, no one is permanent, nothing is permanent. ਕੋਈ ਚੀਜ਼ ਇੱਥੇ ਸਦਾ ਨਹੀਂ ਰਹਿਣੀ। ਤੂੰ ਸਦਾ ਸਲਾਮਤ ਨਿਰੰਕਾਰ, ਰੱਬ ਜੀ ਨੇ ਸਦਾ ਰਹਿਣਾ ਆ, ਤੂੰ ਨਾ ਜੋੜ, ਉੱਥੇ ਧਿਆਨ ਰੱਖ। ਫੋਕਸ ਔਨ ਵਾਹਿਗੁਰੂ who is going to be there forever. Every year this is they were in transit. ਜਿੱਦਾਂ ਨਹੀਂ ਜਹਾਜ਼ ਵਿੱਚ ਨਹੀਂ, ਵਾਹਿਗੁਰੂ ਜੀ 에ਅਰਪੋਰਟ ਦੇ ਵਿੱਚ, people are coming and going. They said they're in transit. ਕੋਈ ਆ ਰਿਹਾ, ਕੋਈ ਜਾ ਰਿਹਾ, they're moving. This is the world. Why just focus on somebody who is in the process of moving on? Think of the one who's good there now, in the future, and was there in the past with you. ਵਾਹਿਗੁਰੂ ਜੀ। ਫਿਰ ਆਉਂਦਾ ਹੈ ਅਸੰਖ ਨਾਮ, ਅਸੰਖ ਥਾਵ, ਅਗਮ, ਅਸੰਖ ਲੋਹ। ਇੱਥੇ ਹੁਣ ਸ੍ਰਿਸ਼ਟੀ ਦੀ ਗੱਲ ਹੁੰਦੀ ਹੈ। This is not talking about the creation. We look at the world and think, wow, how amazing this earth is. ਕਿੰਨੇ ਕਮਾਲ ਦੀ ਗੱਲ ਹੈ, ਕਿੰਨੇ ਜੀ ਜੰਤ ਬਣੇ ਆ। How many numberless, ਸੰਖਿਆ ਤੋਂ ਰਹਿਤ, ਗਿਣਤੀ ਤੋਂ ਪਰਾਂ ਇੰਨੇ ਜੀ ਜੰਤ ਪੈਦਾ ਕੀਤੇ ਆ। How many various numberless species have been made, various places where they live, and so on. Wow. ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ, ਜੋਤ ਦਾ ਭਾਵ ਹੈ ਸਾਹਿਬ ਭਲੀਕਾਰ, ਤੂੰ ਸਦਾ ਸਲਾਮ ਨਿਰੰਕਾਰ। ਪੁੱਤਰ ਜੀ, ਜੋ ਰੱਬ ਨੂੰ ਚੰਗਾ ਲੱਗਦਾ ਉਹੀ ਚੰਗਾ ਆ। ਚੇਤੇ ਕਰ, ਸਿਰਫ ਰੱਬ ਨੇ ਇੱਥੇ ਰਹਿਣਾ ਆ। Don't get carried away with the creation. Don't get carried away with nature. ਕੁਦਰਤ ਦੇ ਨਾਲ ਤੂੰ ਇਹ ਨਾਲ ਜੁੜ ਜਾ, ਕਿਉਂਕਿ ਇਹ ਵੀ ਅੱਜ ਦੁਨੀਆ ਦਿਸਦੀ ਗੱਲ ਉਹ ਨਹੀਂ ਦਿਸਣੀ ਰੱਬ ਨੂੰ। ਇਹ ਕਿੰਨੀ ਕਮਾਲ ਦੀ ਚੀਜ਼। ਅੱਗੇ ਉਹ ਨੌਜਵਾਨ ਕਹਿੰਦਾ, ਫਿਰ ਮੈਂ ਜਪਜੀ ਵਿੱਚ ਹੋਰ ਕੁਛ ਲੱਭਿਆ। I found another diamond, another jewel in Japji Sahib, which made me have the faith that one who reads Japji every day, ਜਿਹੜਾ ਜਪਜੀ ਨਿੱਤ ਰੋਜ਼ ਪੜ੍ਹਨ ਵਾਲਾ ਕਦੀ ਦੁਖੀ ਨਹੀਂ ਹੋ ਸਕਦਾ। he could not suffer. ਮੈਂ ਤਾਂ ਸੱਚੀ ਇਹ ਕਹਾਣੀ ਸੁਣ ਕੇ ਮੈਂ ਸੋਚਿਆ, ਅਸੀਂ ਕੀ ਸੱਚਮੁੱਚ ਜਪਜੀ ਪੜ੍ਹਦੇ? ਅਸੀਂ ਕਹਿ ਤਾਂ ਲਾਉਂਦੇ ਜਪਜੀ ਪੜ੍ਹਦੇ ਆ, we say that we read Japji Sahib, but have we read Japji Sahib as this brother has read it? ਜਿਸ ਤਰ੍ਹਾਂ ਇਸ ਵੀਰ ਜੀ ਨੇ ਜਪਜੀ ਪੜ੍ਹੀ ਹੈ, ਕਿ ਅਸੀਂ ਇੱਦਾਂ ਜਪਜੀ ਪੜ੍ਹਿਆ, ਅਤੇ ਮੈਨੂੰ ਬਹੁਤ ਕੁਛ ਇਸ ਵੀਰ ਜੀ ਦੀ ਸਟੋਰੀ ਵਿੱਚ, ਟਰੂ ਸਟੋਰੀ ਵਿੱਚ ਮਿਲੀ ਆ। ਅਗਲੀ ਜੋ ਉਹਨੇ ਇੱਕ ਰਤਨ ਲੱਭਿਆ, ਹੀਰਾ ਲੱਭਿਆ, ਸਾਰੀ ਜਪਜੀ ਆ, ਪਰ ਜਿੱਥੇ ਉਹਨੇ ਚੁੱਭੀ ਮਾਰ ਕੇ ਉਹਨੇ ਇੱਕ ਹੀਰੇ ਦੀ ਸਾਂਝ ਪਾਈ, he dived in the ocean of Sri Japji Sahib, and he brought forward another diamond for the Sangat and said, look at this. And that particular diamond, ਉਹ ਕਿਹੜਾ ਹੀਰਾ ਸੀ? ਕਿਤਿਆਂ ਦੁੱਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ। ਕਿਤਿਆਂ, ਕਿੰਨੇ, so many, ਦੁੱਖ, pain, ਦੁੱਖ, suffering, ਕਿੰਨਾ ਦੁੱਖ, ਭੁੱਖ, hunger, ਕਿੰਨਾ ਮੈਂ ਦੁੱਖ, ਕਿੰਨਾ ਮੈਂ ਭੁੱਖ ਜ਼ਿੰਦਗੀ ਵਿੱਚ ਮੈਂ ਵੇਖੀ ਆ। ਹੁਣ ਦੁੱਖ ਤਾਂ ਭੁੱਖ ਇਹ ਨਹੀਂ ਫਿਰ ਮੈਨੂੰ ਰੋਟੀ ਨਹੀਂ ਅੱਜ ਮਿਲੀ। ਭੁੱਖ ਇਹ ਵੀ ਆ when you're hungry because you're
ਸੈਟਿਸਫੈਕਸ਼ਨ ਨਹੀਂ ਜ਼ਿੰਦਗੀ ਦੇ ਵਿੱਚ। ਯੂ ਡੋਨਟ ਹੈਵ ਇਨਰ ਸੈਟਿਸਫੈਕਸ਼ਨ, ਉਹ ਭੁੱਖ ਹੁੰਦੀ ਆ। ਕਿਤਿਆਂ ਦੁੱਖ ਭੂਖ ਸਦ ਮਾਰ, ਇਹਨਾਂ ਕਰਕੇ ਮੈਨੂੰ ਮਾਰ ਪੈਂਦੀ ਆ। ਬਿਕਾਜ਼ ਆਫ ਦੁੱਖ, ਬਿਕਾਜ਼ ਆਫ ਸਫਰਿੰਗ, ਬਿਕਾਜ਼ ਆਫ ਭੁੱਖ, hunger, by not being satisfied, lack of contentment, ਇੱਕ ਦੁੱਖ ਤੇ ਇੱਕ ਸਕੂਨ ਦੀ ਘਾਟ, ਸਬਰ ਦੀ ਘਾਟ ਕਰਕੇ ਮੇਰੀ ਜਿਹੜੀ ਤ੍ਰਿਸ਼ਨਾ ਆ, ਤ੍ਰਿਸ਼ਨਾ ਦੀ ਭੁੱਖ ਹਜੇ ਹੈ, ਤੇ ਇਸ ਕਰਕੇ ਸਦ ਮਾਰ, ਮੈਨੂੰ ਮਾਰ ਪੈਂਦੀ ਆ, ਮੈਨੂੰ ਮਾਰ ਪਈ ਜਾਂਦੀ ਆ। ਇਹ ਬੇਦਾਤ ਤੇਰੀ ਦਾਤਾਰ। ਪਰ ਸੱਚੇ ਪਾਤਸ਼ਾਹ ਜ਼ਿੰਦਗੀ ਦੇ ਦੁੱਖ ਤਾਂ ਭੁੱਖ, ਇਹਦੇ ਆਪੇ ਬੀਜ ਆਪੇ ਖਾਓ, ਐਵਰ ਯੂ ਸੋ ਯੂ ਸ਼ੈਲ ਰੀਪ। ਕਿਤਿਆਂ ਦੁੱਖ ਭੂਖ ਸਦਮਾਰ, ਇਹ ਬੇਦਾਤ। ਪਰ ਰੱਬ ਜੀ ਇਹ ਗਿਫਟ ਆ। ਬੇਸ਼ੱਕ ਮੇਰੇ ਕੀਤੇ ਕਰਮ ਦਾ ਮੈਂ ਭੁਗਤ ਰਿਹਾ। As we do, we shall have to reap. Every action has reaction. But the way we see life, ਕਿਸ ਨਜ਼ਰੀਏ ਨਾਲ ਜ਼ਿੰਦਗੀ ਦੇਖਣੀ ਹੈ, ਜਪਜੀ ਸਾਨੂੰ ਸਮਝਾਉਂਦੀ, ਕਹਿੰਦੇ ਪੁੱਤ ਕੋਈ ਬੰਦਾ ਡਿੱਗ ਵੀ ਜਾਵੇ ਨਹੀਂ, if someone falls, ਹਾਈ ਕਹਿਣ ਤੇ ਹਾਈ ਕਹਿਣ ਨਾਲੋਂ ਨਹੀਂ, ਸ਼ੁਕਰ ਹੈ ਕਹਿ ਦੇ, ਸ਼ੁਕਰ ਹੈ ਮਹਾਰਾਜ, ਹੁਣ ਪਤਾ ਲੱਗੇ ਕੱਲ੍ਹ ਨੂੰ ਇੱਥੇ ਲੰਘਦੇ ਇੱਥੇ ਟੋਆ ਹੈਗਾ, ਮੈਂ ਕੱਲ੍ਹ ਨੂੰ ਨਹੀਂ ਟੋਆ ਵਿੱਚ, ਮੈਂ ਧਿਆਨ ਰੱਖੂਗਾ। I never realized there was a pothole in the pavement. Now if I've fallen, now in future I pay attention. Thank you, Maharaj. ਮਹਾਰਾਜ ਪਤਾ ਨਹੀਂ ਕਿੰਨਾ ਤੂੰ ਮੈਨੂੰ ਦੁੱਖ ਦੇਣਾ ਸੀ, ਤੇ ਇਹ ਦੁੱਖ ਵੀ ਪਤਾ ਨਹੀਂ ਛੋਟਾ ਬਣ ਕੇ ਤੂੰ ਦੇ ਦਿੱਤਾ ਮੈਨੂੰ, ਤੇਰਾ ਸ਼ੁਕਰ ਹੈ। ਵਾਹਿਗੁਰੂ ਜੀ have given me suffering. If I am suffering and if I have got pain in my life, trouble in my life, I may have been destined to have lots of trouble, lots of pains. But because of our love for Maharaj, the Simran, the Gurbani's blessing, that our dukh, our suffering has become smaller. ਕਿਹਾ ਜਾਂਦਾ ਦੁੱਖ ਹਰੇਕ ਨੂੰ ਮਿਲਦਾ, ਪਰ ਦੁਖੀ ਹੋਣਾ ਇਹ ਸਾਡੀ ਮਰਜ਼ੀ ਆ। ਦੁੱਖ, suffering, everybody receives in life, but whether you wish to suffer is a choice. And even when we take an amrit, ਅਸੀਂ ਅੰਮ੍ਰਿਤ ਛਕ ਕੇ ਵੀ ਦੁਖੀ ਹੋ ਸਕਦੇ ਆ, ਕਿਉਂਕਿ ਅਸੀਂ ਭੁੱਲਣਹਾਰ ਆ, we forget. And that's why Sangat is so important. That's why these initiatives to have online Sangat, virtual Sangat are very important, because Sangat helps us to remind us of the Guru's message. ਪੁੱਤਰ ਜੀ ਇਸ ਦਾ ਜ਼ਿੰਦਗੀ ਦਾ ਨਜ਼ਰੀਆ, ਇਸ ਨਜ਼ਰੀਏ ਨਾਲ ਜ਼ਿੰਦਗੀ ਵੇਖੀ। ਸੰਗਤ ਸਾਨੂੰ ਯਾਦ ਕਰਾਉਂਦੀ ਆ ਕਿ ਗੁਰਮਤ ਕੀ ਆ। ਸੰਗਤ ਸਾਨੂੰ ਮੁੜ ਦੁਬਾਰਾ ਗੁਰਬਾਣੀ ਦੀ ਐਨਕ ਨਾਲ ਸਾਨੂੰ ਜੋੜਦੀ ਆ। The ਸੰਗਤ links us back to putting on the glasses of the Guru and seeing life from the Guru's perspective. ਇਹ ਬੜੀ ਕਮਾਲ ਦੀ ਚੀਜ਼ ਆ। ਕਿਤਿਆਂ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। Even the negativities in life, I see them as gifts. Daat, gifts. Who's given these gifts? Datar, the giver. And imagine this Veer Jila. ਅਸੀਂ ਪਾਠ ਕਰਦੇ ਆ, average person like myself would be like ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। That's one Bani down, 4 more to go. ਜਪ ਸਾਹਿਬ ਓਂਕਾਰ ਸਤਿਗੁਰ ਪ੍ਰਸਾਦ, ਜਾਪ ਸ੍ਰੀ ਮੁਖਵਾ, and you start the next Bani. ਮੈਂ ਸੋਚਦਾ ਉਸ ਵੀਰ ਨੇ ਕਿੱਦਾਂ ਉਹਨੇ ਬਾਣੀ ਪੜ੍ਹੀ ਹੋਣੀ ਆ। how he must have read ਗੁਰਬਾਣੀ, ਤੇ ਗੁਰਬਾਣੀ ਉਹਦੇ ਮਨ ਵਿੱਚ, ਸੁਰਤ ਵਿੱਚ ਖੁੱਭ ਗਈ। ਖੁੱਭਣਾ means when something gets stuck. How he got himself stuck into Gurbani, that his mind stopped and thought. That sometimes is karke reading Gurbani with a smile, with emotion, reading Gurbani in such a pace where your mind is engaging in the Gurbani. मैं नहीं कहता सिर्फ गुरबाणी छेती पढ़ो ਜਾਂ ਤੁਸੀਂ ਗੁਰਬਾਣੀ ਹੌਲੀ ਪੜ੍ਹੋ, whether you read Gurbani fast or slow, ਇਹ ਹਰੇਕ ਬੰਦੇ ਇੰਡੀਵਿਜੂਅਲ ਆ, but ਇੱਦਾਂ ਬਾਣੀ ਪੜ੍ਹੋ that it engages our mind, and we're trying to take something from the Gurbani. ਤੇ ਮੈਂ ਤਾਂ ਉਸ ਵੀਰ 'ਚੋਂ ਇਹੀ ਮੈਨੂੰ ਸਿੱਖਿਆ ਮਿਲਦੀ,
ਫਿਰ ਮਨਵੀਰ ਸਿੰਘ ਬਾਣੀ ਚੁੱਭੀ ਮਾਰ ਕੇ ਤਾਂ ਆ ਕੁਛ ਦਿਨ ਵੀ ਮਿਲ ਸਕਦਾ। ਕਿੰਨੇ ਸਾਲ ਕਹਿੰਦੇ ਰਹੇ ਜਪਜੀ ਪੜ੍ਹਦੇ ਆ ਪਰ ਸ਼ਾਇਦ ਪੜ੍ਹਿਆ ਤਾਂ ਹੈ ਨਹੀਂ। We've many years, someone like myself, so I've been reading Japji Sahib, but what I learned from that Veerji is if we dive deep in the ocean of Bani, and we take that as how we're going to read Gurbani, we're going to dive ourselves and plunge ourselves in Gurbani, then it can actually change our lives if we allow it to change us. It's the intentions and the mindset we read Gurbani. किस भावना से बाणी पे भावना नूं ही भाग लगदे, ਭਾਵਨਾ ਨੂੰ ਭਾਗ ਲੱਗਦੇ ਆ। The fruit, the result, the benefit comes to those who have devotion. They see the fruits of the seeds of the effort they've made in reading Gurbani, connecting with the Guru. So ਮਾਰ ਕਿਰਪਾ ਕਰਨ। ਇੱਕ ਆਖਰ ਵਿੱਚ ਬੇਨਤੀ ਹੈ ਜੀ, ਬਾਣੀ 'ਚ ਆਂਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਲੋਕ ਮਾਲਾ 9ਵਾਂ, ਚਿੰਤਾ ਤਾ ਕੀ ਕੀਜੀਐ ਜੋ ਅਣਹੋਣੀ ਹੋਏ, ਚਿੰਤਾ ਤਾ ਕੀ ਕੀਜੀਐ ਜੋ ਅਣਹੋਣੀ ਹੋਏ। Mara says that chinta ta ki kijiye, why have chinta, why have worry? जो अनहोनी होए, जो होना है तो हो जाना। ये वैसे अर्थ ਵੱਖਰੇ ਵੱਖਰੇ ਤਰੀਕਿਆਂ ਨਾਲ ਕੀਤਾ ਗਿਆ, ਤੇ ਜਿੰਨਾ ਕੁ ਦਾਸ ਆਪਣੀ ਜਿਹੜੀ ਸਮਝ ਸਾਂਝੀ ਕਰ ਰਿਹਾ, ਜੋ ਦਾਸ ਨੂੰ ਕੁਛ ਮਿਲਿਆ ਪਰਸਨਲੀ। So the personal understanding reflection of this Pangati for myself is ਚਿੰਤਾ ਤਾਂ ਕੀ ਕੀਜੀਏ। ਮਨਵੀਰ ਸਿੰਘ, why worry, why do ਚਿੰਤਾ? ਜੋ ਅਣਹੋਣੀ ਵਾਲੀ ਗੱਲ ਆ which we don't know about, ਜਿਹੜੀ ਸਾਨੂੰ ਨਹੀਂ ਪਤਾ। ਜੋ ਅਣਹੋਣੀ ਹੋਏ, ਜੋ ਹੋਣਾ ਤਾਂ ਹੋ ਹੀ ਜਾਣਾ ਆ। So why worry? ਇਉ ਮਾਰਗ ਸੰਸਾਰ ਕੋ ਨਾਨਕ ਤੇਰੇ ਨਹੀਂ ਕੋਏ। ਮਾਰਗ ਹੁੰਦਾ ਰਾਹ, ਮਾਰਗ means path. ਇਉ ਮਾਰਗ ਸੰਸਾਰ ਕੋ, this is the way of the world. ਕੀ ਆ ਪਾਸ਼ਾ ਦੱਸੋ? ਨਾਨਕ ਥਿਰ ਨਹੀਂ ਕੋਏ। ਥਿਰ steady, ਇੱਕ ਜਗ੍ਹਾ ਤੇ ਟਿਕ ਗਈ। Sthir means something which is permanent, unmovable, unshakable, is set. ਕਦੇ ਪੁੱਤ ਨਹੀਂ, ਜ਼ਿੰਦਗੀ is moving on. I'm sitting outside, ਤਾਂ ਉੱਪਰ ਨਹੀਂ ਹੁਣ ਤਾਂ ਵੈਸੇ ਉੱਧਰ ਹੈਗੀ, ਇੱਧਰ ਹੈ ਨਹੀਂ। I'm looking at clouds, ਇੱਧਰ ਬੱਦਲ ਹੈ ਨਹੀਂ, ਉੱਧਰ ਬੱਦਲ ਆ। ਹੁਣ ਮੈਂ ਉੱਧਰ ਦੇਖੀ ਜਾਵਾਂ, if I look in that direction, I'm looking at the clouds. Now I can see the clouds, but what's going to happen is soon those clouds, they won't be there. ਹੁਣ ਦਿਸਦੇ ਆ, ਥੋੜ੍ਹੇ ਚਿਰ ਬਾਅਦ ਨਹੀਂ ਦਿਸਣੇ। clouds are moving on. ਇੱਕ ਬਹੁਤ ਪਿਆਰੀ, ਮੈਂ ਕਿਹਾ 2 ਮਿੰਟ ਰਹਿੰਦੇ ਆ ਤਾਂ ਸਾਂਝੀ ਕਰ ਲਵਾਂ ਆਪ ਜੀ ਨਾਲ। ਬਹੁਤ ਪਿਆਰੀ ਸਾਖੀ ਹੈ। ਇਸ ਅ ਵੈਰੀ ਨਾਈਸ ਸਟੋਰੀ ਜਸਟ ਐਂਡ ਵਿਦ ਫॉर ਦ ਸੰਗਤ। ਤਾਂ ਇਸ ਤਰ੍ਹਾਂ ਆ, it's linked into the Slok Mala Nava. Chinta ta ki kijiye jo honi hoye, yo mar sansar ko nanak thir nahi koi. Nothing will remain. Everything's moving. Today, what the situation is in the world is not going to be like forever. Nothing stays forever other than the truth, other than Vaheguru Ji, other than Gurbani, the Maharaj. Only these things, only Bani, only the Guru, only Vaheguru Ji, that these are the permanent things in our life. So attach yourself to this and you'll find peace, contentment. I'll just end with a story for those people who may be feeling stressed by anything. ਕਿਸੇ ਚੀਜ਼ ਦੀ ਕੋਈ ਚਿੰਤਾ ਹੋਵੇ, you are worried by any particular situation. This is a nice story just to end with. ਕੀ ਹੁੰਦਾ, ਇੱਕ ਬੰਦਾ ਇੱਕ ਮਹਾਪੁਰਸ਼ ਕੋਲ ਜਾਂਦਾ, ਫਕੀਰ ਕੋਲ ਜਾਂਦਾ। A person goes to see a holy man. ਤਾਂ ਉਹਦੇ ਮਨ 'ਚ ਮੈਂ ਫਕੀਰ ਤੋਂ, ਮੈਂ ਇਸ ਮਹਾਪੁਰਸ਼ ਤੋਂ ਮੈਂ ਕੋਈ ਅਸੀਸ ਲੈ ਲਵਾਂ। I want to take a blessing from this holy man. ਉਹ ਕਹਿੰਦੇ, ਫਕੀਰ ਸਾਈਂ, ਫਿਰ ਮੈਨੂੰ ਕੋਈ ਅਸੀਸ ਬਖਸ਼ੋ, ਮੈਨੂੰ ਕੋਈ ਪ੍ਰਸ਼ਾਦ ਦੇ ਦਿਓ। ਪ੍ਰਸ਼ਾਦ, give me a blessing I can take with me. ਤਾਂ ਉਹ ਫਕੀਰ ਕਹਿੰਦਾ ਠੀਕ ਆ।
ਫਕੀਰ ਕੀ ਕਰਦਾ, ਉਹ ਇੱਕ ਕਾਗਜ਼ ਲਿਆਂਦਾ, ਹੀ ਗੈਸ ਪੀਸ ਆਫ ਪੇਪਰ, ਤੂੰ ਕਾਗਜ਼ ਤੇ ਕੁਛ ਲਿਖਦਾ। He folds envelope, ਉਹ ਪਾਉਂਦਾ envelope ਵਿੱਚ ਪਾ ਕੇ ਲਿਫਾਫੇ 'ਚ, and he closes and he writes something on it. He gets put that on the side, he gets another piece of paper, writes, ਲਿਖਦਾ ਕੁਛ ਉਹ ਫਕੀਰ, ਦੁਬਾਰਾ he puts in the envelope, and then he writes on the envelope, ਚਿੱਠੀ ਦੇ ਉੱਪਰ, ਲਿਫਾਫੇ ਦੇ ਉੱਪਰ ਲਿਖ ਕੇ ਉਹ ਲੈ ਕੇ ਕਹਿੰਦਾ, ਆ ਤੇਰੇ ਤੇਰੀ ਅਸੀਸ ਆ, ਇਹ ਤੇਰੇ ਵਾਸਤੇ ਕਿਰਪਾ ਆ, ਇਹ ਤੇਰੇ ਵਾਸਤੇ ਗਿਫਟ ਆ, ਦਿਸ ਇਜ਼ ਦ ਗਿਫਟ, ਦਿਸ ਇਜ਼ ਦ ਬਲੈਸਿੰਗ ਫॉर ਯੂ। ਬੰਦਾ ਲੈ ਲੈਂਦਾ, ਪਰਸਨ ਟੇਕਸ। ਹੁਣ ਜਦੋਂ ਵੇਖਦਾ, ਇੱਕ ਤੇ ਲਿਖਿਆ ਸੁੱਖ, one is written peace, or you can say happiness ਕਹਿ ਲਈਏ, happiness, happy। ਦੂਜੀ ਤੇ ਲਿਖਿਆ ਦੁੱਖ, ਥੋੜਾ like sad ਕਹਿ ਲਈਏ, just keep it simple, happy and sad, or you can say peace and ਦੁੱਖ, pain or suffering, ਠੀਕ ਹੈ ਜੀ। ਹੁਣ imagine one says happy, one says sad, and then this ਫਕੀਰ ਦੱਸਦਾ, ਕਹਿੰਦਾ ਜਦੋਂ ਨਹੀਂ ਜ਼ਿੰਦਗੀ ਵਿੱਚ ਐਸੀ ਕੋਈ ਘੜੀ ਆ ਜਾਵੇ ਜਿੱਥੇ ਤੂੰ ਸੋਚਦਾ ਜ਼ਿੰਦਗੀ ਇਹਦੇ ਨਾਲੋਂ ਮਾੜੀ ਨਹੀਂ ਹੋ ਸਕਦੀ, ਹੁਣ ਤਾਂ ਮੈਂ ਫਸ ਗਿਆ ਇੱਥੇ, ਇੱਥੋਂ ਹੋਰ ਕੁਛ ਨਹੀਂ ਹੋ ਸਕਦਾ, life cannot get worse than where I am at the moment, is I'm pretty much in the dumps, I'm in the rock bottom of life। ਫਿਰ ਕਹਿੰਦੀ ਉਹ ਚਿੱਠੀ ਪੜ੍ਹੀ ਜਿੱਥੇ ਲਿਖਿਆ ਦੁੱਖ, then read that letter which says ਦੁੱਖ, which says you can say sadness, or you can say where it says suffering, ਦੁੱਖ। ਜ਼ਿੰਦਗੀ ਐਸੀ ਘੜੀ ਆ ਜਾਵੇ ਜਿੱਥੇ ਐਨ ਬੰਦਾ ਚੜ੍ਹਦੀ ਕਲਾ ਦੇ ਵਿੱਚ, ਬੰਦਾ ਕਹਿੰਦੇ ਮਹਾਰਾਜ ਜ਼ਿੰਦਗੀ ਇਹਦੇ ਨਾਲ ਤਾਂ ਵਧੀਆ ਹੋ ਹੀ ਨਹੀਂ ਸਕਦਾ, ਮੇਰੇ ਕੋਲ ਸਭ ਕੁਛ ਆ, everything, life can't be better than this, if you have that feeling that life can't get better, I'm at the top of the world, then read the letter which says ਸੁੱਖ, ਜਿੱਥੇ ਸੁੱਖ ਲਿਖਿਆ ਨਹੀਂ, happiness, or you can say ਸੁੱਖ meaning peace, then read that letter। ਪਰ ਇਹਨੂੰ ਸਾਂਭ ਕੇ ਰੱਖੀ, ਉਦੋਂ ਹੀ ਪੜ੍ਹੀ, ਔਰ keep it very careful, and ਕਹਿੰਦੇ ਠੀਕ ਆ। ਉਹਨੇ ਆਪਣੇ ਅਲਮਾਰੀ 'ਚ ਰੱਖ ਦਿੱਤੀਆਂ, he put in his cupboard, ਸਾਰਾ ਕੁਝ ਵਧੀਆ ਚੱਲ ਰਿਹਾ, things going good in life, normal, then suddenly things go upside down, ਸਾਰੀ ਜ਼ਿੰਦਗੀ ਪਲਟ ਜਾਂਦੀ ਆ, like we having with this pandemic। ਜੌਬ ਚਲੀ ਜਾਂਦੀ ਆ, his job goes, ਘਰ ਵਾਰੀ ਨਾਲ ਬਣ ਹੋ ਜਾਂਦੀ ਹੈ, he has a marital problem, ਬੱਚਿਆਂ ਨਾਲ ਵੀ ਟੈਨਸ਼ਨ ਰਿਹਾ, they're not getting on with the children, ਸਿਹਤ ਥੋੜ੍ਹੀ ਖਰਾਬ ਹੋ ਜਾਂਦੀ ਹੈ, one after another, ਇੱਕ ਚੀਜ਼ ਤੋਂ ਬਾਅਦ ਦੂਜੀ ਚੀਜ਼, ਫਿਰ ਤੀਜੀ, ਕਹਿੰਦੇ ਯਾਰ ਇਹ ਕੀ ਹੋਈ ਜਾਂਦਾ, tentacle is just going down, life is just and it's a rock bottom। ਉਹਦੇ ਮਨ 'ਚ ਫਕੀਰ ਸਾਈਂ ਦੀ, ਫਕੀਰ ਦੀ ਮਹਾਂਪੁਰਸ਼ ਜਿਹੜੇ ਸੀ, ਉਹਨਾਂ ਦੀ ਬਚਨਾਂ ਦੀ, ਜਿਹਨੂੰ ਬਚਨ ਕੀਤੇ ਚੇਤੇ ਆ ਕੇ, whatever the holy man had said, he remembered his wise words। ਉਹ ਗਿਆ ਘਰ ਦੇ ਵਿੱਚ, ਉਹ ਅਲਮਾਰੀ ਵਿੱਚੋਂ ਕੱਢੀ, from the cupboard he got the envelope which said ਦੁੱਖ, suffering। ਕੀ ਹੋਇਆ ਉੱਥੇ, ਜਦੋਂ ਚਿੱਠੀ ਨਹੀਂ ਉਹਨੇ ਖੋਲ੍ਹੀ ਕੱਢ ਕੇ, he opened the letter, ਉਹਦੇ 'ਚ ਇਹ ਲਿਖਿਆ ਸੀ, ਇਹ ਵਕਤ ਵੀ ਲੰਘ ਜੂਗਾ, this time shall pass too, ਇਹ ਵਕਤ ਵੀ ਲੰਘ ਜੂਗਾ, this time shall pass too। ਜਦੋਂ ਮੈਂ ਕਿਹਾ ਇਹ ਬੱਦਲ ਲੰਘ ਰਿਹਾ, like I said, the clouds are passing, this time shall pass too, ਇਹ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, time never stays the same, ਤੂੰ ਸਦਾ ਸਲਾਮਤ ਨਿਰੰਕਾਰ। ਜਪਜੀ ਸਾਹਿਬ। ਫਿਰ ਕੀ ਹੁੰਦਾ, ਉਹਨੂੰ ਹੌਂਸਲਾ ਮਿਲ ਗਿਆ, this gave him a new lease of life, it gave him new energy, it gave him a will power, ਉਹਦੇ ਵਿੱਚ ਉਹਨੂੰ ਅੰਦਰ ਦਾ ਬਲ ਮਿਲ ਗਿਆ। ਫਿਰ ਮਨਾ ਕੁਛ ਜ਼ਿੰਦਗੀ ਵਿੱਚ ਸਦਾ ਤਾਂ ਰਹਿੰਦੀ ਨਹੀਂ ਇੱਦਾਂ, ਉਹਨੂੰ ਬਲ ਮਿਲ ਗਿਆ, ਫਿਰ ਮਨਾ ਉੱਠ, ਇਹੀ ਬਾਣੀ ਸਾਨੂੰ ਬਲ ਦਿੰਦੀ ਆ, ਗੁਰਬਾਣੀ gives us the inner strength to stand up, keep walking, stand up, keep walking। ਜ਼ਿੰਦਗੀ ਦਾ ਐਸਾ ਵਕਤ ਹੀ ਹੋ ਗਿਆ where he got a job, his marital relationship improved,
ਰਿਲੇਸ਼ਨ ਵਿਦ ਚਿਲਡਰਨ ਇੰਪਰੂਵ, ਸਾਰਾ ਕੁਛ ਤੇ ਘਰ ਦਾ ਮਾਹੌਲ ਵਧੀਆ ਹੋ ਗਿਆ, ਜੋਬ ਮਿਲ ਗਈ ਹੈ, ਸਿਹਤ ਵੀ ਉਹਦੀ ਇੰਪਰੂਵ ਹੋ ਗਈ, ਵਧੀਆ ਹੋ ਗਈ, ਹੈਲਥ ਇੰਪਰੂਵ, ਸਾਰਾ ਕੁਝ ਵਧੀਆ ਹੋ ਰਿਹਾ, ਫੀਸ ਗੋਇੰਗ ਵੈਰੀ ਵੈਲ, ਐਂਡ ਦੈਨ ਸਡਨਲੀ ਰਿਮੈਂਬਰ I remember what the ਫਕੀਰ said to me, ਫਕੀਰ ਨੇ ਕੁਝ ਗੱਲ ਕਹੀ ਸੀ। ਉਹ ਵਾਪਸ ਘਰ 'ਚ ਅੰਦਰ ਗਿਆ, ਉਹਨੇ ਉਹ ਚਿੱਠੀ ਲੱਭੀ, he found that letter, ਉਹਨੇ ਉਹ ਚਿੱਠੀ ਖੋਲ੍ਹ ਕੇ ਉਹਨੇ ਪੜ੍ਹੀ, ਜਿੱਥੇ ਲਿਖਿਆ ਸੀ ਸੁੱਖ is written happiness, or sukh you can say is written peace and comfort, sukh. When he opened this letter, ਉੱਤੇ ਕੀ ਲਿਖਿਆ ਸੀ? ਇਹ ਵਕਤ ਵੀ ਲੰਘ ਜੂਗਾ, this time shall pass too. Good times, difficult times, ਔਖਾ ਸਮਾਂ ਅਤੇ ਸੁਖਾਲਾ ਸਮਾਂ, easy time and hard time, this is comes and goes, ਆਉਂਦੇ ਜਾਂਦੇ ਆ। ਇਸ ਲਈ ਜਪਜੀ ਸਾਹਿਬ ਵਿੱਚ ਸਾਨੂੰ ਕਿੰਨਾ ਬਲ ਮਿਲਦਾ ਆ। ਫਿਰ ਮਨਾ ਤਾਂ ਫਿਰ ਕੋਈ ਗੱਲ ਨਹੀਂ, ਜਦੋਂ ਅਸੀਂ ਮਹਾਰਾਜ ਨੂੰ ਜੁੜਦੇ ਆ, ਮਹਾਰਾਜ ਸਾਨੂੰ ਹੋਰ ਬਲ ਬਖਸ਼ਦੇ। when we join ਮਹਾਰਾਜ, connect with ਮਹਾਰਾਜ, he gives us more inner strength to become resilient. ਇਹ ਸਾਡੀ ਜ਼ਿੰਦਗੀ, ਕਈ ਵਾਰੀ ਜ਼ਿੰਦਗੀ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ, we don't need to, ਵੈਸੇ ਤਾਂ ਸੁਸਾਈਡ ਕਰਨਾ ਮਾੜੀ ਗੱਲ ਆ ਅਤੇ ਮਨਾ ਹੈ ਸਾਡੇ ਵਾਸਤੇ, to commit suicide is we don't need to end our life, there's no reset button. ਪਰ ਕਈ ਵਾਰੀ all we have to do is, ਨਵੀਆਂ ਅੱਖਾਂ ਦੀ ਲੋੜ ਨਹੀਂ, we don't need a new eyes, ਸਾਨੂੰ ਨਵੇਂ ਕੰਨਾਂ ਦੀ ਲੋੜ ਨਹੀਂ, we don't need new ears, ਸਾਨੂੰ ਸਿਰਫ ਇੱਕ ਵੇਖਣ ਦਾ ਜਿਹੜਾ ਤਰੀਕਾ ਜ਼ਿੰਦਗੀ ਦਾ, how we see the world, ਉਹ ਜੇ ਬਦਲ ਜਾਵੇ, if we change the way we see life can change. ਇਹ ਗੁਰਬਾਣੀ ਆ। ਬੇਸ਼ੱਕ ਕਿਸ ਨੇ ਅੰਮ੍ਰਿਤ ਛਕਿਆ ਨਹੀਂ ਛਕਿਆ, ਬਾਣੀ ਪੜ੍ਹਦੇ ਨਹੀਂ ਪੜ੍ਹਦੇ, ਕਿਸੇ ਮਨ ਦੇ ਵਿੱਚ ਕਈ ਵਾਰੀ ਅਸੀਂ ਡਾਊਨ ਫੀਲ ਕਰ ਸਕਦੇ, ਕਿਉਂਕਿ ਅਸੀਂ ਇਨਸਾਨ ਆ। ਇਸ ਕਰਕੇ ਬਾਣੀ ਪੜ੍ਹਨੀ ਤਾਂ ਸਮਝਣੀ ਤਾਂ ਸੰਗਤ ਕਰਨੀ ਹੋਰ ਅਤੀ ਜ਼ਰੂਰੀ ਬਣ ਜਾਂਦੇ। ਦੈਟਸ ਵਾਈ ਰੀਡਿੰਗ ਗੁਰਬਾਣੀ, ਅੰਡਰਸਟੈਂਡਿੰਗ ਗੁਰਬਾਣੀ, ਲਵਿੰਗਲੀ ਰਿਸਾਈਟਿੰਗ ਗੁਰਬਾਣੀ, ਲਵਿੰਗਲੀ ਰਿਸਾਈਟਿੰਗ ਦ ਲੋਰਡਸ ਨੇਮ, ਪਿਆਰ ਨਾਲ ਸਿਮਰਨ ਕਰਨਾ, ਫੀਲਿੰਗ ਨਾ ਕਰਨਾ, ਸੰਗਤ ਕਰਨੀ, ਜਿੱਥੇ ਸੰਗਤ ਸਾਨੂੰ ਮੁੜ ਦੁਬਾਰਾ ਸਾਨੂੰ ਚੇਤੇ ਕਰਾਉਂਦੀ ਆ। ਫਿਰ ਮਨਾ ਆ ਸਾਚਿਆ, ਤੂੰ ਸੰਸਾਰ ਦੇ ਝੂਠ ਨਾਲ ਨਾ ਜੋੜ, ਡੋਂਟ ਗੋ ਆਫਟਰ ਦ ਵਰਲਡਸ, ਦ ਟੈਂਪਰਰੀ ਵਰਲਡਸ, ਫਾਲਸਹੁੱਡ, ਦਿਸ ਇਜ਼ ਦ ਟਰੂਥ, ਦਿਸ ਇਜ਼ ਦ ਰਿਐਲਿਟੀ। ਤਾਂ ਸੰਗਤ ਜਦੋਂ ਕਈ ਵਾਰੀ ਸਾਡੀ ਐਨਕ ਗੰਦੀ ਹੋ ਜੇ, ਇਸ ਕਰਕੇ ਸਾਡਾ ਨਿਤਨੇਮ ਕਰਨਾ ਜ਼ਰੂਰੀ ਆ, ਨਿਤ ਰੋਜ਼ ਸੰਗਤ ਕਰਨੀ ਜ਼ਰੂਰੀ। ਦੈਟਸ ਵਾਈ ਡੂਇੰਗ ਡੇਲੀ ਸੰਗਤ, ਡੇਲੀ ਪਾਠ is very important, because it reminds us and keeps those glasses of the Guru fresh and clean, so that we can continue seeing life from the Guru's perspective, which seeing life from the Guru's perspective will decrease our anxiety, decrease our feeling low, ਔਰ ਨਾਲ ਸਾਡੀ ਜਿਹੜੀ ਟੈਨਸ਼ਨ ਘੱਟ ਜਾਂਦੀ, ਜੇ ਅਸੀਂ ਗੁਰੂ ਦੇ ਨਜ਼ਰੀਏ ਦੀ ਐਨਕ ਨਾਲ ਜ਼ਿੰਦਗੀ ਵੇਖੀ ਹੈ। ਸੋ ਬਹੁਤ ਧੰਨਵਾਦ ਆ। ਮੈਂ ਵੈਲਕਮ ਟੂ ਦ ਸਿੱਖ ਇਨੀਸ਼ੀਏਟਿਵ, ਯੂ ਆਰ ਡੂਇੰਗ ਦਿਸ ਆਨਲਾਈਨ ਸੰਗਤ ਇਨੀਸ਼ੀਏਟਿਵਸ. So it's very important considering the lockdown. Many people are feeling, how that they just need reminding of positivity. Like I said, most people only know these galla. Most people know these things. ਇਹ ਗੱਲਾਂ ਮੇਰੇ ਖਿਆਲ ਨਾਲ ਬਹੁਤ ਸਾਰੇ ਤੁਸੀਂ ਸੁਣਦੇ, ਤੁਹਾਨੂੰ ਇਹ ਗੱਲਾਂ ਪਹਿਲਾਂ ਪਤਾ ਹੀ ਆ, ਪਰ ਜਦੋਂ ਅਸੀਂ ਬਹਿ ਕੇ ਮਹਾਰਾਜ ਦੀ ਗੱਲਾਂ ਕਰਦੇ ਆ, ਉਸ ਪਿਆਰੇ ਦੀ ਗੱਲਾਂ ਕਰਦੇ, ਬਾਣੀ ਦੀ ਗੱਲਾਂ ਕਰਦੇ, ਬਸ ਆਪਣਾ ਚੇਤੇ ਕਰਾਉਣ ਵਾਲੀ ਗੱਲ ਹੁੰਦੀ ਹੈ, ਵੀ ਜਸਟ ਰਿਮਾਈਂਡਿੰਗ ourselves, which we all need, because we all human beings, ਅਸੀਂ ਭੁੱਲਣਹਾਰ ਆ, we are just small people in ਵਾਹਿਗੁਰੂ ਜੀ ਦੀ creation, ਛੋਟੇ ਜਿਹੇ ਅਸੀਂ ਹੈਗੇ ਵਾਹਿਗੁਰੂ ਦੀ ਕੁਦਰਤ ਦੇ ਵਿੱਚ। ਤਾਂ ਸਾਨੂੰ ਚੇਤੇ ਅਸੀਂ ਭੁੱਲ ਜਾਂਦੇ, ਇਸ ਕਰਕੇ ਸਾਨੂੰ ਚੇਤੇ ਕਰਾਉਣ ਵਾਸਤੇ ਸੰਗਤ ਕਰਨੀ ਜ਼ਰੂਰੀ, to remember the message of Gurbani. Doing sangat is important, and this time in the period, especially with the pandemic, we have to rely on the social media, and that's what the Sikh Initiative is doing a really good job. So Maharaj Kirpa Karan, may Maharaj keep everybody in Chardi Kala, continue doing sangat, read Gurbani, make your relationship with the Guru, Bani padhiye, ਤਾਂ ਬੜੇ ਪਿਆਰ ਨਾਲ ਪੜ੍ਹੀਏ, ਫੀਲਿੰਗ ਨਾਲ ਪੜ੍ਹੀਏ, ਤਾਂ ਮਹਾਰਾਜ ਜ਼ਰੂਰ ਸਾਡੇ ਨਾਲ ਗੱਲਾਂ ਕਰਦੇ, ਮਹਾਰਾਜ ਟੋਕਸ ਟੂ ਅਸ। ਬਾਣੀ ਦਾ ਪੜ੍ਹ 'ਚ ਮਹਾਰਾਜ ਸਾਡੇ ਨਾਲ ਗੱਲਾਂ ਕਰਦੇ ਆ ਤਾਂ ਬਹੁਤ ਕੁਛ ਮਿਲਦਾ। ਵੀ ਗੈਟ ਲੋਟਸ ਆਊਟ if we realize that Gurbani is talking to us, to me. Gurbani is talking to me, and it can really, Gurbani is so powerful, it can change lives. So ਮਹਾਰਾਜ ਕਿਰਪਾ ਕਰਨ, give Gurbani a chance,
give the Guru a chance, give Sikhi a chance, and see what it brings to your life. Maharaj Kirpa Karan, Maharaj bless everybody with Chardhi Kala, and hopefully we can go back to doing physical sangat of at the Gurdwara Sahibs, wherever we are, in physical sangat of Kirtan Samagams and other camps sometime soon, as and when Maharaj decides, Guru Sahib Kirpa Karan. So बहुत धन्यवाद सर, विचारा कर दे कोई भुल चुक हो गई तो क्षमा करना। बहुत धन्यवाद, अपने बड़े प्यार भरी असीसा बख्श फतेह बुला के। वाहिगुरू जी का खालसा, वाहिगुरू जी की फतेह।